ਗਲਤ ਧਾਰਨਾ ਜੁੜ ਗਈ ਹੈ ਕਿ ਡੇਂਗੂ ਹੈ ਤਾਂ ਭਾਈ ਤੁਸੀਂ ਕੀਵੀ ਦੇ ਟੋਕਰਿਆਂ ਦੇ ਟੋਕਰੇ ਖਾ ਲਓ, ਕੁਛ ਫਾਇਦਾ ਨਹੀਂ ਹੋਣਾ। ਬੱਕਰੀ ਦਾ ਦੁੱਧ ਕਿ ਇਹ ਇਹਨਾਂ ਦਾ ਬਿਲਕੁਲ ਕੋਈ ਫਾਇਦਾ ਨਹੀਂ, ਪਪੀਤੇ ਦੇ ਪੱਤੇ ਖਰੇ ਅਸੀਂ ਕੀ ਕੁਛ ਨਹੀਂ ਇਹਦੇ ਬਾਰੇ ਲੱਗੇ ਹੋਏ, ਪਰ ਇਹਨਾਂ ਨਾਲ ਫਾਇਦਾ ਨਹੀਂ ਹੁੰਦਾ। ਕਾਰਨ ਦੱਸ ਦਿੰਦੀ ਹਾਂ। ਜਿੰਨੇ ਤੁਸੀਂ ਲੇਟੈਸਟ ਜੋ ਰਿਸਰਚ ਆਈ ਹੈ ਜਿਸ 'ਚ ਕਿ ਪਲੇਟਲੈਟਸ ਚੜਾਉਣ ਬਾਰੇ ਨਹੀਂ ਕਿਹਾ ਜਾਂਦਾ, ਕਈ ਗਲਤ ਤਰੀਕੇ ਵੀ ਡਾਕਟਰ ਪੈਸੇ ਕਮਾਉਣ ਲੱਗ ਗਏ ਸਨ ਕਿ ਫਾਲਤੂ ਲੋੜ ਤੋਂ ਬਗੈਰ ਪਲੇਟਲੈਟ ਚੜਾਈ ਜਾਣੇ। ਮੈਂ ਦੱਸ ਰਹੀ ਹਾਂ ਈਵਨ ਪ੍ਰਾਈਵੇਟ ਹਸਪੀਟਲਸ ਕਈ ਬੇਲੋੜੇ ਪਲੇਟਲੈਟ ਚੜਾ ਕੇ 2.5 ਲੱਖ ਤੱਕ ਦੇ ਵੀ ਬਿੱਲ ਬਣੇ ਨੇ, ਅਸੀਂ ਦੇਖੇ ਨੇ। 35 40 ਰੁਪਏ ਕੇਵੀ ਵਿਕ ਰਿਹਾ ਇੱਕ ਪੀਸ ਜੀ। 800 ਰੁਪਏ ਕਿਲੋ ਤੱਕ ਬੱਕਰੀ ਦੇ ਦੁੱਧ ਵੀ ਲਿਆ ਦੇਖ ਲਏ ਸਭ ਨੇ, ਪਰ ਜਦੋਂ ਪਤਾ ਹੀ ਹੈ ਕਿ 72 ਘੰਟੇ ਬਾਅਦ ਪਈ ਤੁਸੀਂ ਵੈਸੇ ਹੀ ਠੀਕ ਹੋ ਜਾਣਾ, ਸੋ ਤੁਸੀਂ 3 ਦਿਨ ਬੱਕਰੀ ਦਾ ਪੀਤਾ ਕਿ ਕੁਝ ਵੀ ਨਹੀਂ ਪੀਤਾ, ਠੀਕ ਤੁਸੀਂ ਫਿਰ ਵੀ ਹੋਏ। ਜਦੋਂ ਤੁਸੀਂ ਬਿਮਾਰ ਹੁੰਦੇ ਹੋ, ਕੋਈ ਵੀ ਬਿਮਾਰ ਹੁੰਦਾ ਤਾਂ ਆ ਕੇ ਰਾਏ ਮਸ਼ਵਰੇ ਦੇਣ ਵਾਲੇ ਬਹੁਤ ਹੁੰਦੇ ਨੇ ਕਿ ਆਹ ਫਲਾਣਾ ਫਲ ਖਾ, ਆਹ ਟਿਮਕਾ ਖਾ, ਇਹਦੇ ਨਾਲ ਇਹ ਠੀਕ ਹੋ ਜਾਊਗਾ। ਕੋਈ ਇਹੋ ਜਿਹਾ ਫਲ ਹੈਗਾ ਵੀ ਜਿਹੜਾ ਖਾਣਾ ਚਾਹੀਦਾ ਜਾਂ ਫਿਰ ਨੋਰਮਲ ਡਾਈਟ ਲੈਣੀ ਚਾਹੀਦੀ ਹੈ? ਜ਼ਿੰਦਗੀ ਲੰਬੀ ਕਰਨ ਵਿੱਚ ਬਲੂਬੈਰੀਜ਼ ਦਾ ਬਹੁਤ ਤਗੜਾ ਰੋਲ ਜੇ। ਕਟਹਲ ਜੋ ਮੇਰਾ ਖਿਆਲ ਹੈ ਕਿ ਬਹੁਤਿਆਂ ਨੂੰ ਸ਼ਾਇਦ ਅੰਦਾਜ਼ਾ ਨਹੀਂ ਉਹਦਾ, ਤੁਸੀਂ ਅਚਾਰ ਵੀ ਸਬਜ਼ੀ ਵੀ ਇਹ ਸਾਰਾ ਕੁਝ ਜਿਵੇਂ ਲੈਂਦੇ, ਪਤਾ ਹੀ ਨਹੀਂ ਸੀ ਸਾਨੂੰ ਹਾਲੇ ਤੱਕ ਵੀ ਕਿ ਇਹਨੂੰ ਇੱਕ ਯਾਨੀ ਸ਼ਾਕਾਹਾਰੀ ਮੀਟ ਦਾ ਨਾਮ ਦੇ ਦਿੱਤਾ ਗਿਆ, ਕਿਉਂਕਿ ਇਹਦੇ ਵਿੱਚ ਵੀ ਤੁਸੀਂ ਦੇਖੋ 2.8 ਗ੍ਰਾਮ ਪ੍ਰੋਟੀਨ ਇਹਦੇ ਇੱਕ ਛੋਟੇ ਕੱਪ ਵਿੱਚ ਹੀ ਆ ਜਾਂਦੀ। ਕੀ ਅਜਿਹੀ ਚੀਜ਼ ਹੋਵੇ ਜਿਸ 'ਚ ਤੁਹਾਨੂੰ ਵਿਟਾਮਿਨਸ ਵੀ ਮਿਲ ਜਾਣ, ਤੁਹਾਨੂੰ ਫਾਈਬਰ ਵੀ ਜਾਵੇ ਤੇ ਤੁਹਾਨੂੰ ਪ੍ਰੋਟੀਨਸ ਵੀ ਹੋ ਜਾਣ। ਜੇ ਮੈਂ ਫਿਗਰਸ ਦੱਸਾਂ ਉਹਨਾਂ ਦੇ, 4.2 ਗ੍ਰਾਮ ਸਿਰਫ ਇੱਕ ਕੱਪ ਕੱਟੇ ਹੋਏ ਅਮਰੂਦ ਵਿੱਚ। ਬਹੁਤ ਸਾਰੇ ਮਾਰਕੀਟ ਦੇ ਵਿੱਚ ਫਲ ਨੇ, ਮੰਡੀਆਂ ਦੇ ਵਿੱਚ ਫਲ ਆਉਂਦੇ ਨੇ, ਰੇਹੜੀ ਵਾਲੇ ਸਬਜ਼ੀ ਵਾਲਿਆਂ ਤੋਂ ਆਪਾਂ ਉਹਨਾਂ ਤੋਂ ਫਲ ਖਰੀਦ ਲੈਂਦੇ ਹਾਂ, ਪਰ ਫਲ ਕਿਹੜਾ ਸਹੀ ਹੈ ਕਿਹੜਾ ਨਹੀਂ, ਇਹ ਕੁਝ ਡਿਸਾਈਡ ਕਿੱਦਾਂ ਕਰੀਏ, ਕਿਵੇਂ ਪਤਾ ਲੱਗੇਗਾ? ਜਿਹੜੇ ਸਪਰੇਅ ਕਰਦੇ ਨੇ ਵਕਤੀ ਫਾਇਦੇ ਵਾਸਤੇ ਵੀ, ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਿਰਫ ਬਾਹਰਲਿਆਂ ਲਈ ਨਹੀਂ, ਜ਼ਹਿਰ ਜਿੱਥੇ ਤੁਸੀਂ ਸਪਰੇਅ ਕਰ ਰਹੇ ਹੋ ਉਸ ਹਵਾ ਵਿੱਚ ਵੀ ਹੈ, ਤੁਹਾਡੇ ਆਪਣੇ ਘਰ ਵਿੱਚ ਉਹਦਾ ਸਭ ਤੋਂ ਵੱਧ ਅਸਰ ਹੋਣਾ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਆਨੰਦਪ੍ਰੀਤ ਸਿੰਘ। ਤਾਂ ਅਕਸਰ ਆਪਾਂ ਆਪਣੇ ਵੱਡੇ ਬਜ਼ੁਰਗਾਂ ਨੂੰ ਇਹ ਕਹਿੰਦੇ ਹੋਏ ਸੁਣਿਆ ਹੈਗਾ ਕਿ ਫਲ ਸਬਜ਼ੀਆਂ ਨੂੰ ਖਾਣਾ ਚਾਹੀਦਾ, ਉਹਨਾਂ ਦੇ ਵਿੱਚ ਬੜੇ ਪੋਸ਼ਕ ਤੱਤ ਹੁੰਦੇ ਨੇ ਜਿਹੜੇ ਸਾਡੇ ਸਿਹਤ ਲਈ ਬਹੁਤ ਜ਼ਰੂਰੀ ਹੁੰਦੇ ਨੇ ਤੇ ਸਿਹਤ ਨੂੰ ਉਹ ਇੱਕ ਤਰੀਕੇ ਦੇ ਨਾਲ ਬਿਲਕੁਲ ਤੰਦਰੁਸਤ ਵੀ ਰੱਖਦੇ ਨੇ। ਤਾਂ ਉਹ ਕਿਹੜੇ ਫਲ ਨੇ ਜਿਹੜੇ ਸਾਨੂੰ ਖਾਣੇ ਚਾਹੀਦੇ ਨੇ, ਉਹ ਕਿਹੜੇ ਫਲ ਨੇ ਜਿਹੜੇ ਸਾਡੇ ਸਿਹਤ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ? ਤੇ ਇੱਕ ਰਿਸਰਚ ਵੀ ਹੋਈ ਹੈ ਨਵੀਂ, ਤੇ ਉਹਨਾਂ ਰਿਸਰਚ ਦੇ ਜ਼ਰੀਏ ਡਾਕਟਰ ਹਰਸ਼ਿੰਦਰ ਕੌਰ ਜੀ ਹੋਰਾਂ ਤੋਂ ਸਮਝਾਂਗੇ ਕਿ ਉਹ ਰਿਸਰਚ ਕੀ ਕਹਿੰਦੀ ਹੈ। ਅਕਸਰ ਉਹ ਰਿਸਰਚ ਦੇ ਬੇਸ ਦੇ ਉੱਤੇ ਅਕਸਰ ਮੈਡਮ ਦੇ ਨਾਲ ਆਪਾਂ ਗੱਲਬਾਤ ਕਰਦੇ ਹਾਂ। ਸੋ ਗੱਲਬਾਤ ਅੱਜ ਵੀ ਕਰਾਂਗੇ ਕਿ ਫਲ ਖਾਣ ਦੇ ਫਾਇਦੇ ਕੀ ਨੇ, ਕਿ ਕਿਹੜੇ ਫਲਾਂ ਦੇ ਵਿੱਚੋਂ ਕਿੰਨੇ ਕੁ ਨੂੰ ਸਾਨੂੰ ਪ੍ਰੋਟੀਨ ਮਾਤਰਾ ਉਹ ਮਿਲਦੀ ਹੈ। ਮੈਡਮ ਬਹੁਤ ਬਹੁਤ ਸਵਾਗਤ ਪ੍ਰਾਈਮ ਏਸ਼ੀਆ ਟੀਵੀ ਦੇ ਉੱਤੇ। ਜੀ ਬਿਲਕੁਲ, ਹਮੇਸ਼ਾ ਵਾਂਗ ਅੱਜ ਫਿਰ ਸਾਰੇ ਹੀ ਸੁਣਨ ਵਾਲੇ ਜਿੰਨੇ ਵੀ ਪ੍ਰਾਈਮ ਏਸ਼ੀਆ ਦੇਖ ਰਹੇ ਨੇ, ਜਿੰਨੇ ਵੀ ਸੁਣ ਰਹੇ ਨੇ ਤੇ ਜਿੰਨੇ ਵੀ ਸ਼ੇਅਰ ਕਰ ਰਹੇ ਨੇ, ਸਭਨਾਂ ਨੂੰ ਬਹੁਤ ਨਿੱਘੀ ਫਤਿਹ। ਸੋ ਫਲ ਦੀ ਗੱਲ ਚੱਲੀ ਆ, ਫਲ ਸਬਜ਼ੀਆਂ ਦੀ, ਤਾਂ ਮੁੱਖ ਰੂਪ ਦੇ ਵਿੱਚ ਆਪਾਂ ਫਲਾਂ ਦੀ ਗੱਲ ਕਰਾਂਗੇ। ਕਿਹੜੇ ਫਲ ਨੇ ਜਿਹੜੇ ਅਕਸਰ ਖਾਣੇ ਚਾਹੀਦੇ ਨੇ ਜੇ ਖਾਣ ਦਾ ਮੌਕਾ ਮਿਲੇ? ਬਿਲਕੁਲ, ਦੇਖੋ ਹਮੇਸ਼ਾ ਡਾਕਟਰ ਹੁੰਦਿਆਂ ਹੋਇਆ ਤਾਂ ਅਸੀਂ ਹਮੇਸ਼ਾ ਹੀ ਕਹਿੰਦੇ ਹਾਂ ਕਿ ਫਲ ਸਬਜ਼ੀਆਂ ਜ਼ਰੂਰੀ ਨੇ, ਅਤੇ ਜਿਹੜੇ ਨੋਨ ਵੈਜੀਟੇਰੀਅਨ ਨੇ, ਕਿਉਂਕਿ ਸਾਡਾ ਇੱਕ, ਮੈਂ ਵੈਸੇ ਤੁਹਾਨੂੰ ਦੱਸ ਦਿਆਂ ਡਾਕਟਰੀ ਪੱਖੋਂ ਕਿ ਸਾਡਾ ਜੋ ਸਰੀਰ ਬਣਿਆ ਹੋਇਆ, ਜਿੱਥੋਂ ਅਸੀਂ ਅਖੀਰ ਇਨਸਾਨ ਬਣੇ ਆ ਜਾਂ ਮਨੁੱਖੀ ਰੂਪ ਧਾਰਨ ਕੀਤਾ, ਅਸੀਂ ਜ਼ਿਆਦਾ ਸਾਡੇ ਦੰਦ ਵੀ ਤੇ ਸਾਡੇ ਢਿੱਡ ਦੇ ਉਸੇ ਤਰ੍ਹਾਂ ਦੇ ਹਿੱਸੇ ਵੀ ਇੰਝ ਦੇ ਨੇ ਕਿ ਅਸੀਂ ਬਣੇ ਮਾਸਾਹਾਰੀ ਸਾਂ, ਯਾਨੀ ਸ਼ਾਕਾਹਾਰੀ ਨਹੀਂ ਸੀ। ਸ਼ਿਕਾਰ ਕਰਕੇ ਖਾਣ ਵਾਲੇ ਸਾਡੇ ਜੋ ਤਿੱਖੇ ਦੰਦ ਵੀ ਉਸੇ ਤਰ੍ਹਾਂ ਦੇ
ਅਸੀਂ ਆਪ ਹੀ ਆਪਣੀ ਸੋਚ ਅਨੁਸਾਰ ਕਿ ਕਿਸੇ ਨੂੰ ਨਹੀਂ ਮਾਰਨਾ, ਕਿਸੇ ਜਾਨਵਰ ਨੂੰ, ਹੁਣ ਤੇ ਅਸੀਂ ਸ਼ਾਕਾਹਾਰੀ ਬਣ ਰਹੇ ਹਾਂ ਬਹੁਤ ਸਾਰੇ ਜਣੇ। ਪਰ ਇੰਟਰਸਟਿੰਗ ਚੀਜ਼ ਅਜੇ ਦੱਸਣਾ ਚਾਹੁੰਦੇ ਹਾਂ ਕਿ ਅੱਗੇ ਖੋਜ ਹੁੰਦੀ ਸੀ ਕਿ ਜਦੋਂ ਵੀ ਤੁਸੀਂ ਪ੍ਰੋਟੀਨ ਲੈਣੀ ਜੇ ਆਮ ਤੌਰ ਤੇ, ਕਿਉਂਕਿ ਪ੍ਰੋਟੀਨ ਨੇ ਸਾਡੇ ਪੱਠੇ, ਸਾਡਾ ਦਿਮਾਗ, ਸਾਡੀ ਇਮਿਊਨਿਟੀ, ਸਾਰਾ ਕੁਝ ਉਹਦੇ ਤੇ ਆਧਾਰਿਤ ਹੈ। ਸੋ ਆਪਾਂ ਆਮ ਤੌਰ ਤੇ ਕਹਿੰਦੇ ਹੁੰਦੇ ਸਾਂ ਕਿ ਦਾਲਾਂ ਖਾਓ ਜਾਂ ਫਿਰ ਤੁਸੀਂ ਮੀਟ ਖਾਓ, ਮੱਛੀ ਖਾਓ। ਇਹਨਾਂ ਤੇ ਜ਼ਿਆਦਾ ਸਟ੍ਰੈਸ ਦਿੱਤਾ ਜਾਂਦਾ ਰਿਹਾ ਕਿ ਤੁਸੀਂ ਪ੍ਰੋਟੀਨ ਪੂਰੀ ਜ਼ਰੂਰ ਕਰਨੀ ਹੈ। ਤੇ ਬੱਚਿਆਂ ਲਈ ਜਿਨ੍ਹਾਂ ਦੇ ਖਾਸ ਤੌਰ ਤੇ ਵਧਣਾ ਜਾਂ ਕੰਮ ਕਰਤੇ ਜਿਵੇਂ ਤੁਸੀਂ ਨਿਕਲੇ ਹੋ, ਤਾਂ ਉਦੋਂ ਵੀ ਤੁਸੀਂ ਡਾਈਟ, ਕਈ ਵਾਰ ਅਜਿਹੀ ਹਾਲ ਹੋ ਜਾਂਦਾ ਕਿ ਟਾਈਮ ਸਿਰ ਖਾਣਾ ਨਹੀਂ ਮਿਲਦਾ। ਤਾਂ ਕੀ ਕੀਤਾ ਜਾਏ ਕਿ ਅਸੀਂ ਆਪਣਾ ਸਾਰਾ ਕੁਛ ਸੰਪੂਰਨ ਖੁਰਾਕ ਬਣਾ ਸਕੀਏ? ਸੋ ਦੇਖਿਆ ਗਿਆ ਕਿ ਭਾਈ ਤੁਸੀਂ ਹੁਣ ਗਾਜਰਾਂ ਜਾਂ ਮਟਰ ਜਾਂ ਟਮਾਟਰ ਚੁੱਕ ਕੇ ਜੇਬ 'ਚ ਨਹੀਂ ਜਾ ਸਕਦੇ, ਨਾ ਮੀਟ ਜਾਂ ਮੱਛੀ ਚੁੱਕ ਕੇ ਤੁਰ ਸਕਦੇ ਹੋ। ਤਾਂ ਕੀ ਅਜਿਹੀ ਚੀਜ਼ ਹੋਵੇ ਜਿਸ 'ਚ ਤੁਹਾਨੂੰ ਵਿਟਾਮਿਨਸ ਵੀ ਮਿਲ ਜਾਣ, ਤੁਹਾਨੂੰ ਫਾਈਬਰ ਵੀ ਜਾਵੇ ਤੇ ਤੁਹਾਨੂੰ ਪ੍ਰੋਟੀਨਸ ਵੀ ਹੋ ਜਾਣ, ਯਾਨੀ ਇੱਕ ਤਰੀਕੇ ਢਿੱਡ ਵੀ ਰੱਜੇ ਤੇ ਗੰਦਗੀ ਵੀ ਨਾ ਜਾਵੇ ਤੇ ਉਹ ਵਧੀਆ ਖੁਰਾਕ ਵੀ ਸਾਬਤ ਹੋ ਜਾਏ, ਚੁਸਤ ਦਰੁਸਤ ਵੀ ਰੱਖੇ। ਸੋ ਇਹੋ ਜਿਹੀ ਖੋਜ ਹੈਦਰਾਬਾਦ ਦੇ ਵਿੱਚ ਜੋ ਸਾਡੇ ਸੈਂਟਰ ਹੈ ਨਿਊਟ੍ਰੀਸ਼ਨ ਦਾ, ਉਹਦੇ 'ਚੋਂ ਬੜੀ ਕਮਾਲ ਦੀ ਸਾਡੇ ਕੋਲ ਸਾਹਮਣੇ ਆਈ, ਜਿਹੜੀ ਮੈਨੂੰ ਲੱਗਦਾ ਕਿ ਜੇ ਸਾਡੇ ਬੱਚੇ ਵੀ ਉਸ ਪਾਸੇ ਨੂੰ, ਜੇ ਅਸੀਂ ਖੁਰਾਕ ਉਹਨਾਂ ਨੂੰ ਇਸ ਪਾਸੇ ਦੇਣ ਲੱਗੀਏ ਤਾਂ ਅਸੀਂ ਪ੍ਰੋਟੀਨ ਵੀ ਜਿੱਥੇ ਪੂਰੀ ਕਰਾਂਗੇ ਉੱਥੇ ਉਹਨਾਂ ਨੂੰ ਸੰਤੁਲਿਤ ਖੁਰਾਕ ਦੇ ਸਕਾਂਗੇ। ਉਹਨਾਂ ਵਿੱਚ ਤੁਸੀਂ ਹੈਰਾਨ ਹੋਵੋਗੇ, ਜੋ ਪਹਿਲੇ ਨੰਬਰ ਦਾ ਫਲ ਜਿਵੇਂ ਉਹਨਾਂ ਨੇ ਗਿਣਿਆ ਉਹ ਅਮਰੂਦ ਲਿਆ। ਅਸੀਂ ਤਾਂ ਉਹਨੂੰ ਉਹੀ ਸੋਚਿਆ ਕਿ ਇਹਦੇ 'ਚ ਕੁਛ ਪਤਾ ਨਹੀਂ ਕੀ, ਪਰ ਜੇ ਮੈਂ ਫਿਗਰਸ ਦੱਸਾਂ ਉਹਨਾਂ ਦੇ, 4.2 ਗ੍ਰਾਮ ਸਿਰਫ ਇੱਕ ਕੱਪ ਕੱਟੇ ਹੋਏ ਅਮਰੂਦ ਵਿੱਚ ਜੇ, ਯਾਨੀ ਇੰਨੀ ਪ੍ਰੋਟੀਨ ਉਸ 'ਚ, ਆਇਰਨ ਵੀ, ਫਿਰ ਉਸ 'ਚ ਵਿਟਾਮਿਨ ਸੀ ਵੀ, ਉਸ 'ਚ ਫਾਈਬਰ ਵੀ, ਯਾਨੀ ਇੰਨਾ ਕੁਛ ਸੰਪੂਰਨ ਇੱਕ ਖੁਰਾਕ ਵਜੋਂ ਸਾਡੇ ਕੋਲ, ਜਿਹਨੂੰ ਅਸੀਂ ਸ਼ਾਇਦ ਇੰਨੀ ਤਵੱਜੋ ਨਹੀਂ ਦਿੰਦੇ। ਪਰ ਉਹਨੂੰ ਹੁਣ ਖਵਾਉਣ ਲਈ, ਜਿਵੇਂ ਤੁਸੀਂ ਜੇਬ ਵਿੱਚ ਅਮਰੂਦ ਪਾਇਆ ਤੇ ਕਿਤੇ ਬਿਜ਼ੀ ਹੋ ਤਾਂ 2 ਅਮਰੂਦ ਬਥੇਰੇ ਨੇ ਤੁਹਾਨੂੰ, ਜਿਨ੍ਹਾਂ ਨੇ ਤਗੜੀ ਤੁਹਾਨੂੰ 8 ਗ੍ਰਾਮ ਪ੍ਰੋਟੀਨ ਵੀ ਦੇ ਦੇਣੀ ਹੈ ਤੇ ਸਾਰਾ ਕੁਝ ਦੇ ਦਿੱਤਾ, ਤੇ ਹੈਲਦੀ ਵੀ ਡਾਈਟ ਰਹੀ ਤੇ ਤੁਹਾਨੂੰ ਚੁਸਤ ਦਰੁਸਤ ਵੀ ਰੱਖਿਆ। ਯਾਨੀ ਨੀਂਦਰ ਵੀ ਨਾ ਆਈ ਕਿ ਹੁਣ ਅਸੀਂ ਢਿੱਡ ਰੱਜ ਗਿਆ ਸੌਂ ਜਾਈਏ, ਪਰ ਤੁਸੀਂ ਐਕਟਿਵਲੀ ਵਰਕ ਕਰ ਸਕਦੇ ਹੋ। ਤੁਹਾਨੂੰ ਉਨੀ ਕੁ ਸ਼ੂਗਰ ਵੀ ਮਿਲੀ, ਤੁਹਾਡੇ ਦਿਮਾਗ ਨੂੰ ਵੀ ਸਭ ਕੁਝ ਪਹੁੰਚਿਆ ਤੇ ਤੁਸੀਂ ਬਿਲਕੁਲ ਨੋਰਮਲ ਤਰੀਕੇ ਵਰਕ ਕਰ ਸਕਦੇ ਹੋ। ਹੁਣ ਇਹੋ ਕੁਝ ਬੱਚਿਆਂ ਨੂੰ ਦੇਣ ਲਈ ਤੁਸੀਂ ਚਾਰਟ ਦੀ ਸ਼ਕਲ ਵਿੱਚ ਬਣਾ ਕੇ, ਜਿਸ ਵਿੱਚ ਕਿ ਨਾਲ ਜੇ ਕੇਲਾ ਐਡ ਕਰ ਦਿੱਤਾ ਜਾਏ, ਜੋ ਕਿ ਵਾਕਈ ਇੱਕ ਸੰਪੂਰਨ ਖੁਰਾਕ ਹੀ ਫਿਰ ਤਾਂ ਬਣ ਜਾਂਦੀ ਹੈ, ਕਿਉਂਕਿ ਇੱਕ ਕੇਲੇ 'ਚ ਲਗਭਗ 1.3 ਗ੍ਰਾਮ ਪ੍ਰੋਟੀਨ ਹੋ ਜਾਂਦੀ ਜੇ, ਪਲੱਸ ਪੋਟਾਸ਼ੀਅਮ ਵੀ, ਇੱਕ ਆਮ ਜਿਹੜਾ ਮੀਡੀਅਮ ਜਿਹਨੂੰ ਕੇਲਾ ਅਸੀਂ ਕਹਿੰਦੇ ਹਾਂ। ਸੋ ਉਹਦੇ ਵਿੱਚ ਜੇ ਅਸੀਂ ਇਹ ਬੱਚੇ ਨੂੰ ਇੱਕ ਚਾਟ ਦੇ ਤਰ੍ਹਾਂ, ਫਰੂਟ ਚਾਟ ਵਾਂਗ ਦੇ ਦਈਏ, ਜਾਂ ਆਪ ਵੀ ਅਸੀਂ ਖਾਈਏ, ਕਿਉਂਕਿ ਕੇਲਾ ਅਜਿਹੀ ਚੀਜ਼ ਹੈ ਜਿਹੜੀ ਤੁਸੀਂ ਵਿੱਚ ਉਹ ਮਿਕਸ ਨਹੀਂ ਕਰ ਸਕਦੇ, ਕੋਈ ਗੰਦਗੀ ਨਹੀਂ, ਸਪਰੇ ਨਹੀਂ, ਤੁਸੀਂ ਆਰਾਮ ਨਾਲ ਲੈ ਸਕਦੇ ਹੋ ਸੇਫਲੀ। ਸੋ ਇਹ ਤੁਹਾਡੇ ਲਈ ਇੱਕ ਵਧੀਆ ਪ੍ਰੋਟੀਨ ਡਾਈਟ, ਜੋ ਕਿ ਤੁਸੀਂ ਤੁਰਦੇ ਫਿਰਦੇ ਖਾ ਵੀ ਸਕਦੇ ਹੋ, ਸੇਫ ਵੀ ਹੈ ਤੇ ਤੁਹਾਨੂੰ ਕਾਫੀ ਕੁਛ ਦੇ ਦਿੰਦੀ ਹੈ। ਹੁਣ ਇਹਦੇ ਨਾਲੋਂ ਨਾਲ ਕਈ ਤਰ੍ਹਾਂ ਦੇ ਨਵੇਂ ਫਰੂਟਸ ਵੀ ਨੇ, ਕੁਛ ਹੋਰ ਪੁਰਾਣੇ ਵੀ ਜੋ ਅਸੀਂ ਪਹਿਲਾਂ ਤੋਂ ਵਰਤਦੇ ਆਏ ਹਾਂ। ਉਹਨਾਂ ਵਿਚਲੀ ਜੇ ਪ੍ਰੋਟੀਨ ਦੀ ਗੱਲ ਕਰੀਏ ਤਾਂ ਸ਼ਾਇਦ ਇਹ ਜਾਣਕਾਰੀ ਪਹਿਲਾਂ ਨਹੀਂ ਸੀ ਕਿ ਅਸੀਂ ਮੀਟ ਜਾਂ ਇਹੋ ਜਿਹੀਆਂ ਚੀਜ਼ਾਂ ਛੱਡ ਕੇ, ਜਾਂ ਨਿਰੀਆਂ ਦਾਲਾਂ ਤੇ ਜੋ ਬੱਚੇ ਨੱਕ ਚਾੜਦੇ ਖਾਂਦੇ ਹੀ ਨਹੀਂ, ਵੀ ਇਸ ਤਰੀਕੇ ਵੀ ਪੂਰੀ ਕਰ ਸਕਦੇ ਹਾਂ, ਜਿਨ੍ਹਾਂ ਵਿੱਚ ਐਵੋਕੈਡੋ ਇੱਕ ਮੈਂ ਦੱਸਦੀ ਹਾਂ, ਜੋ ਅੱਜ ਕੱਲ੍ਹ ਹੁਣ ਤਾਂ ਸਾਰੇ ਹੀ ਥਾਵਾਂ ਤੇ ਮਿਲਦਾ ਜੇ। ਉਹਦੇ 1 ਕੱਪ ਕੱਟੇ ਹੋਏ ਨੂੰ ਜੇ ਲੈਂਦੇ ਹੋ ਤਾਂ 3 ਗ੍ਰਾਮ ਪ੍ਰੋਟੀਨ ਉਹਦੇ ਰਾਹੀਂ ਵੀ ਪਹੁੰਚ ਜਾਂਦਾ ਹੈ। ਹੁਣ ਇਸ ਵਿੱਚ ਫਾਈਬਰ ਵੀ ਜੇ, ਪੋਟਾਸ਼ੀਅਮ ਵੀ ਜੇ, ਜੋ ਕਿ ਤੁਹਾਡੇ ਪੱਠੇ ਵੀ ਮਜ਼ਬੂਤ ਰੱਖੇਗਾ, ਸਭ ਕੁਛ ਯਾਨੀ ਠੀਕ ਰੱਖਣ ਲਈ। ਤੇ ਇਹਨੂੰ ਚਟਨੀ ਵਾਂਗ ਵੀ ਵਰਤ ਕੇ ਤੁਸੀਂ ਲੈ ਸਕਦੇ ਹੋ, ਜਾਂ ਤੁਸੀਂ ਇਸੇ ਤਰ੍ਹਾਂ ਫਰੂਟ ਚਾਟ ਵਿੱਚ ਵੀ ਖੱਟ ਮਿੱਠਾ ਬਣਾ ਕੇ ਇਹਨੂੰ ਬੱਚੇ ਨੂੰ ਵੀ ਦੇ ਸਕਦੇ ਹੋ। ਤੇ ਤੁਸੀਂ ਆਪ ਵੀ ਇਹ ਕਿਤੇ ਵੀ ਜਦੋਂ ਸੇਫਲੀ ਖੜੇ ਹੋ, ਤੁਸੀਂ ਇਸ ਚੀਜ਼ ਨੂੰ ਲੈ ਸਕਦੇ ਹੋ। ਯਾਨੀ ਇੱਕ ਡਾਈਟ, ਜੇ ਤੁਸੀਂ ਖੁਰਾਕ ਪ੍ਰੋਪਰ ਉਸ ਟਾਈਮ ਤੁਹਾਨੂੰ ਨਹੀਂ ਮਿਲ ਰਹੀ, ਮਿਸਾਲ ਵਜੋਂ ਖਾਣਾ ਉਸ ਟਾਈਮ ਤੁਹਾਨੂੰ ਨਹੀਂ ਕਿਤੇ ਵੀ ਅਵੇਲੇਬਲ, ਤਾਂ ਇਹ ਇੱਕ ਹੈਲਦੀ ਆਲਟਰਨੇਟਿਵ ਵਜੋਂ ਤੁਸੀਂ ਲੈ ਸਕਦੇ ਹੋ।
ਹੁਣ ਕਟਹਲ ਜੋ ਮੇਰਾ ਖਿਆਲ ਹੈ ਕਿ ਬਹੁਤਿਆਂ ਨੂੰ ਸ਼ਾਇਦ ਅੰਦਾਜ਼ਾ ਨਹੀਂ ਉਹਦਾ, ਤੁਸੀਂ ਅਚਾਰ ਵੀ ਸਬਜ਼ੀ ਵੀ ਇਹ ਸਾਰਾ ਕੁਝ ਜਿਵੇਂ ਲੈਂਦੇ, ਪਤਾ ਹੀ ਨਹੀਂ ਸੀ ਸਾਨੂੰ ਹਾਲੇ ਤੱਕ ਵੀ ਕਿ ਇਹਨੂੰ ਇੱਕ ਯਾਨੀ ਸ਼ਾਕਾਹਾਰੀ ਮੀਟ ਦਾ ਨਾਮ ਦੇ ਦਿੱਤਾ ਗਿਆ, ਕਿਉਂਕਿ ਇਹਦੇ ਵਿੱਚ ਵੀ ਤੁਸੀਂ ਦੇਖੋ 2.8 ਗ੍ਰਾਮ ਪ੍ਰੋਟੀਨ ਇਹਦੇ ਇੱਕ ਛੋਟੇ ਕੱਪ ਵਿੱਚ ਹੀ ਆ ਜਾਂਦੀ ਹੈ। ਤੇ ਜਦੋਂ ਇਹਨੂੰ ਅਸੀਂ ਅਚਾਰ ਵਾਂਗ ਜਾਂ ਤੁਸੀਂ ਮੀਟ ਦੇ ਵਿੱਚ ਵੀ ਤਰੀ ਗਾੜੀ ਕਰਨ ਲਈ ਜਾਂ ਸਬਜ਼ੀਆਂ ਵਿੱਚ ਵੀ ਇਹਨੂੰ ਕਰਕੇ ਬਣਾਉਣ ਲਈ ਜਾਂ ਇਹਨੂੰ ਉਬਾਲ ਕੇ ਜਦੋਂ ਬਣਾਉਂਦੇ ਆ ਤਾਂ ਇਹ ਕਾਫੀ ਮਹਿੰਗੀਆਂ ਡਿਸ਼ਿਜ਼ ਨੇ ਜੋ ਮਿਲਦੀਆਂ ਨੇ। ਤੇ ਤੁਸੀਂ ਹੈਰਾਨ ਇਹ ਹੋਵੋਗੇ ਜੇ ਮੈਂ ਇਹਦੇ ਫਾਇਦੇ ਗਿਣਾਉਣ ਲੱਗ ਜਾਂ ਇੱਕ ਪ੍ਰੋਗਰਾਮ ਇਕੱਲੇ ਕਟਹਲ ਤੇ ਹੀ ਹੋ ਸਕਦਾ ਇੰਨੇ ਉਹਦੇ। ਅਸੀਂ ਕੀਤਾ ਸੀਗਾ ਪ੍ਰੋਗਰਾਮ, ਹਾਂ ਬਿਲਕੁਲ, ਆਪਾਂ ਕੀਤਾ ਵੀ ਸੀ। ਤੇ ਇਹ ਇੱਕ ਯਾਨੀ ਕਾਫੀ ਨਿਊਟ੍ਰੀਸ਼ੀਅਸ ਡਾਈਟ ਦੇ ਵਿੱਚ ਆਉਂਦਾ ਕਿ ਤੁਸੀਂ ਜਿਵੇਂ ਗਏ ਹੋ ਤਾਂ ਤੁਸੀਂ ਫੁਲਕਾ ਜਾਂ ਚਪਾਤੀ ਰੋਲ ਕਰਕੇ ਵਿੱਚ ਇਹਨੂੰ ਅਚਾਰ ਵਾਂਗ ਪਾ ਕੇ ਤੇ ਇਹਨੂੰ ਖਾ ਜਾਓ ਤੇ ਤੁਸੀਂ ਬਹੁਤ ਬਾਕਮਾਲ ਚੀਜ਼ ਯਾਨੀ ਤੁਹਾਡੇ ਅੰਦਰ ਚਲੀ ਗਈ। ਹੁਣ ਕੀਵੀ ਇੱਕ ਆਮ ਮਿਲਣ ਲੱਗ ਗਿਆ ਜੋ ਕਿ ਜਿਹਦੇ ਨਾਲ ਇੱਕ ਗਲਤ ਧਾਰਨਾ ਜੁੜ ਗਈ ਹੈ ਕਿ ਡੇਂਗੂ ਹੈ ਤਾਂ ਭਾਈ ਤੁਸੀਂ ਕੀਵੀ ਦੇ ਟੋਕਰਿਆਂ ਦੇ ਟੋਕਰੇ ਖਾ ਲਓ, ਕੁਛ ਫਾਇਦਾ ਨਹੀਂ ਹੋਣਾ। ਉਹ ਸਾਡੀ ਆਪਣੀ ਸੋਚ ਹੈ, ਜਿਵੇਂ ਅਸੀਂ ਬੱਕਰੀ ਦਾ ਦੁੱਧ ਕਿ ਇਹ ਇਹਨਾਂ ਦਾ ਬਿਲਕੁਲ ਕੋਈ ਫਾਇਦਾ ਨਹੀਂ, ਪਪੀਤੇ ਦੇ ਪੱਤੇ ਖਰੇ ਅਸੀਂ ਕੀ ਕੁਛ ਨਹੀਂ ਇਹਦੇ ਬਾਰੇ ਲੱਗੇ ਹੋਏ, ਪਰ ਇਹਨਾਂ ਨਾਲ ਫਾਇਦਾ ਨਹੀਂ ਹੁੰਦਾ। ਕਾਰਨ ਦੱਸ ਦਿੰਦੀ ਹਾਂ ਕਿ ਡੇਂਗੂ ਵਿੱਚ ਸਾਡਾ ਆਪਣਾ ਹੀ ਸਰੀਰ ਸਾਡੇ ਹੀ ਪਲੇਟਲੈਟਸ ਨੂੰ ਆਪਣਿਆਂ ਨੂੰ ਹੀ ਮਾਰ ਦਿੰਦਾ, ਸਾਡਾ ਹੀ ਇਮਿਊਨ ਸਿਸਟਮ ਉਹਨਾਂ ਨੂੰ ਮਾਰਦਾ ਪਿਆ ਹੁੰਦਾ। ਸੋ ਉਹ ਨੈਚੁਰਲ ਹੁੰਦਾ, ਆਪੇ ਹੀ 72 ਕੁ ਘੰਟਿਆਂ ਬਾਅਦ ਉਹ ਸਰੀਰ ਕਹਿੰਦਾ ਹੋ ਗਿਆ ਹੁਣ ਪਿਛਲੀ ਸਫਾਈ, ਨਵੇਂ ਆਪਣੇ ਆਪ ਬਣ ਕੇ ਉਹ ਬਾਹਰ ਆ ਜਾਂਦੇ ਨੇ। ਸੋ ਉਹਨੂੰ ਕੁਛ ਵੀ ਕਰਨ ਦੀ ਲੋੜ ਨਹੀਂ ਹੁੰਦੀ, ਉਹ ਆਟੋਮੈਟਿਕਲੀ ਹੀ ਵੱਧਦੇ ਨੇ। ਇਹੀ ਕਾਰਨ ਹੈ ਕਿ ਹੁਣ ਜਿੰਨੇ ਤੁਸੀਂ ਲੇਟੈਸਟ ਜੋ ਰਿਸਰਚ ਆਈ ਹੈ ਜਿਸ 'ਚ ਕਿ ਪਲੇਟਲੈਟਸ ਚੜਾਉਣ ਬਾਰੇ ਨਹੀਂ ਕਿਹਾ ਜਾਂਦਾ, ਕਿਉਂਕਿ ਉਹ ਪਲੇਟਲੈਟਸ ਜਿਹੜੇ ਚਾੜਨੇ ਵੀ ਆ ਉਹ ਫਿਰ ਵੀ ਉਹਨਾਂ ਨੇ ਤੋੜ ਦੇਣਾ, ਸਰੀਰ ਨੇ ਪਲੇਟਲੈਟਸ ਹੀ ਮਾਰ ਰਿਹਾ ਉਹ। ਇਸੇ ਲਈ ਉਹ ਜੋ ਪਹਿਲਾਂ ਭਾਵੇਂ ਉਹਨੂੰ ਗਲਤ ਢੰਗ ਨਾਲ ਜਾਂ ਸਹੀ ਢੰਗ ਨਾਲ ਕਹੀਏ ਕਿ ਲੋਕ ਕਈ ਗਲਤ ਤਰੀਕੇ ਵੀ ਡਾਕਟਰ ਪੈਸੇ ਕਮਾਉਣ ਲੱਗ ਗਏ ਸਨ ਕਿ ਫਾਲਤੂ ਲੋੜ ਤੋਂ ਬਗੈਰ ਪਲੇਟਲੈਟ ਚੜਾਈ ਜਾਣੇ। ਅੱਜ ਕੱਲ ਬੜੀ ਬਿਮਾਰੀ ਚੱਲਦੀ ਹੈ, ਸੈੱਲ ਘਟ ਗਏ, 20-25 ਹਜ਼ਾਰ ਸੈੱਲ ਰਹਿ ਗਏ, ਤਾਂ ਫਿਰ ਉਦੋਂ ਸੈੱਲ ਚੜਾਉਂਦੇ ਨਹੀਂ। ਤੁਹਾਨੂੰ ਲੱਗਦਾ ਕਿ ਰਿਸਰਚ ਕਹਿੰਦੀ ਹੈ ਵੀ ਨਹੀਂ ਚੜਾਉਣੇ ਚਾਹੀਦੇ? ਨਹੀਂ ਚੜਾਉਣੇ ਚਾਹੀਦੇ। ਮੈਂ ਹੀ ਦੱਸ ਰਹੀ ਹਾਂ ਕਿ ਅਸੀਂ ਈਵਨ ਜਿਹੜੀ ਸਾਡੀਆਂ ਕਿਤਾਬਾਂ ਵੀ ਲੇਟੈਸਟ ਜਾਂ ਰਿਸਰਚ ਵੀ ਲੇਟੈਸਟ ਆ ਗਈ ਹੈ, 5000 ਤੱਕ ਵੀ ਉਹ ਕਹਿੰਦੇ ਸੇਫ ਹੈ, ਤੁਸੀਂ ਨਹੀਂ ਕਰੋ। ਜੇ ਅਨਕੰਟਰੋਲਡ ਬਲੀਡਿੰਗ ਸ਼ੁਰੂ ਹੋ ਚੁੱਕੀ ਹੈ ਫਿਰ ਹੀ ਸਿਰਫ ਤੁਹਾਨੂੰ ਪਲੇਟਲੈਟਸ ਦੀ ਲੋੜ ਪੈ ਜਾਂਦੀ ਹੈ, ਵਰਨਾ ਪਲੇਟਲੈਟਸ ਨਹੀਂ ਚੜਾਏ ਜਾਂਦੇ। ਉਹ ਚੜਾਉਣ ਨਾਲ ਵੀ ਜਿਹੜੇ ਨਵੇਂ ਵੀ ਚੜਨੇ ਉਹਨਾਂ ਨੇ ਵੀ ਟੁੱਟਣਾ ਹੀ ਹੈ, ਕਿਉਂਕਿ ਸਾਡੀ ਬੋਡੀ ਤੋੜ ਰਹੀ ਹੈ ਉਹਨਾਂ ਨੂੰ। ਤੁਸੀਂ ਕਿ 5000 ਤੱਕ ਮਤਲਬ ਕੋਈ ਫਿਕਰ ਕਰਨ ਦੀ ਜ਼ਰੂਰਤ ਨਹੀਂ ਹੈਗੀ, ਕੋਈ ਜ਼ਿਆਦਾ ਟੈਨਸ਼ਨ ਦੀ ਕੋਈ ਜ਼ਰੂਰਤ ਨਹੀਂ। ਬਲੀਡਿੰਗ ਕਿਸੇ ਥਾਂ ਤੋਂ ਨਹੀਂ ਹੈ ਤਾਂ ਲੋੜ ਨਹੀਂ ਹੈ। ਮੈਂ ਦੱਸ ਰਹੀ ਹਾਂ ਈਵਨ ਪ੍ਰਾਈਵੇਟ ਹਸਪੀਟਲਸ ਕਈ ਬੇਲੋੜੇ ਪਲੇਟਲੈਟ ਚੜਾ ਕੇ 2.5 ਲੱਖ ਤੱਕ ਦੇ ਵੀ ਬਿੱਲ ਬਣੇ ਨੇ, ਅਸੀਂ ਦੇਖੇ ਨੇ, ਪਰ ਉਹਨਾਂ ਦੀ ਲੋੜ ਨਹੀਂ ਹੈ। ਅਸੀਂ ਸਾਡੇ ਕੋਲ ਮੇਰੇ ਵਾਰਡ ਵਿੱਚ ਤੁਸੀਂ ਜਾ ਕੇ ਦੇਖੋ ਭਰਿਆ ਪਿਆ ਸਾਰਾ, ਅਸੀਂ ਇੱਕ ਨੂੰ ਵੀ ਪਲੇਟਲੈਟ ਨਹੀਂ ਚੜਾਏ, 12000 ਤੱਕ ਵੀ ਆਇਆ, ਸਭ ਇਸੇ ਤਰ੍ਹਾਂ ਸਭ ਠੀਕ ਹੋ ਕੇ ਗਏ। ਸਿਰਫ ਇੱਕ ਪੈਰਾਸੀਟਾਮੋਲ ਦੀ ਗੋਲੀ ਅਸੀਂ ਉਹਨਾਂ ਨੂੰ ਖਵਾਈ ਹੈ, ਕੁਝ ਵੀ ਹੋਰ ਨਹੀਂ ਦਿੱਤਾ। ਜਿਨ੍ਹਾਂ ਦੀ ਹੀਮੋ ਕੰਸੈਂਟਰੇਸ਼ਨ ਯਾਨੀ ਗਾੜਾ ਖੂਨ ਹੋ ਗਿਆ ਸੀ ਉਹਨਾਂ ਨੂੰ ਜ਼ਰੂਰ ਅਸੀਂ ਚੜਾਉਣਾ ਪਿਆ ਗਲੂਕੋਜ਼ ਜਿਹੜਾ, ਪਰ ਬਾਕੀ ਅਸੀਂ ਕੁਝ ਵੀ ਨਹੀਂ ਕੀਤਾ ਤੇ ਸਾਰੇ ਦੇ ਸਾਰੇ ਇੱਕ ਵੀ ਮੌਤ ਨਹੀਂ ਹੋਈ, ਸਭ ਠੀਕ ਹੋ ਕੇ ਨਾਰਮਲ ਘਰਾਂ 'ਚ ਗਏ ਨੇ। ਅਸੀਂ ਪਲੇਟਲੈਟ ਇੱਕ ਨੂੰ ਵੀ ਨਹੀਂ ਚੜਾਇਆ। ਮੈਨੂੰ ਲੱਗਦਾ ਜਿਹੜਾ ਕੇਵੀ ਜਾਂ ਫਿਰ ਬੱਕਰੀ ਦਾ ਦੁੱਧ ਜਾਂ ਫਿਰ ਪਪੀਤਾ ਤੁਸੀਂ ਦੱਸਿਆ, ਇਹ ਮੈਨੂੰ ਲੱਗਦਾ ਕੋਈ ਉਹੋ ਜਿਹੇ ਸ਼ੈਤਾਨ ਦਿਮਾਗਾਂ ਦੀ ਘਾਟ ਹੈ, ਵੇਚਣ ਵਾਲਿਆਂ ਦੀ ਵੀ ਵੱਧ ਲੋਕ ਆਉਣਗੇ। 35-40 ਰੁਪਏ ਕੇਵੀ ਵਿਕ ਰਿਹਾ ਇੱਕ ਪੀਸ ਜੀ, 800 ਰੁਪਏ ਕਿਲੋ ਤੱਕ ਬੱਕਰੀ ਦੇ ਦੁੱਧ ਵੀ ਲਿਆ ਦੇਖ ਲਏ ਸਭ ਨੇ, ਪਰ ਜਦੋਂ ਪਤਾ ਹੀ ਹੈ ਕਿ 72 ਘੰਟੇ ਬਾਅਦ ਪਈ ਤੁਸੀਂ ਵੈਸੇ ਹੀ ਠੀਕ ਹੋ ਜਾਣਾ, ਸੋ ਤੁਸੀਂ 3 ਦਿਨ ਬੱਕਰੀ ਦਾ ਪੀਤਾ ਕਿ ਕੁਝ ਵੀ ਨਹੀਂ ਪੀਤਾ, ਠੀਕ ਤੁਸੀਂ ਫਿਰ ਵੀ ਹੋਏ। ਸੋ ਇਹ ਚੀਜ਼ਾਂ ਨੂੰ ਛੱਡ ਦਿਓ, ਤੁਹਾਡੇ ਆਪਣੇ ਬੋਡੀ ਦਾ ਹੀ ਰਿਐਕਸ਼ਨ ਹੈ ਜੋ ਆਟੋਮੈਟਿਕਲੀ ਵਾਇਰਸ ਨੇ ਕੀਤਾ ਹੋਇਆ ਤੇ ਉਹ ਠੀਕ ਹੋ ਜਾਣਾ। ਬਿਲਕੁਲ ਉਹੀ ਹਾਲ ਜਿਵੇਂ ਕੋਵਿਡ ਦੌਰਾਨ ਵੀ ਆਪਾਂ ਤੁਸੀਂ ਜਾਣਦੇ ਹੀ ਹੋ ਕਿ ਜਿਨ੍ਹਾਂ ਦਾ ਘਰ ਰੱਖਿਆ ਗਿਆ, ਇਲਾਜ ਨਹੀਂ ਕੀਤਾ, ਉਹ ਸਭ ਬਚੇ ਨੇ, ਜਿਹੜੇ ਹਸਪੀਟਲਸ ਚਾਹੇ ਉਹ ਰੱਬ ਨੂੰ ਪਿਆਰੇ ਹੋ ਗਏ। ਸੋ ਗੱਲ ਉੱਥੇ ਹੀ ਹੈ ਕਿ ਅਸੀਂ ਕਹਿ ਰਹੇ ਹਾਂ ਕਿ ਨਾਰਮਲ ਵਾਇਰਸ ਤੁਹਾਡੇ ਸਰੀਰ ਤੇ ਐਕਸ਼ਨ ਕਰਦੀ ਪਈ ਹੈ, ਘਬਰਾਓ ਨਾ, ਦਿਲ ਰੱਖੋ, ਇਹ ਤੁਰ ਜਾਏਗਾ। ਮੈਂ ਆਪਣੇ ਕੇਸ ਤੁਹਾਨੂੰ ਦੱਸ ਦਿੰਦੀ ਹਾਂ, ਦੂਰ ਨਹੀਂ ਜਾਂਦੀ ਕਿਉਂਕਿ ਮੈਂ ਵੀ ਕਾਫੀ ਢਿੱਲੀ ਡੇਂਗੂ ਵਿੱਚ ਹੋ ਕੇ ਹਟੀ ਹਾਂ। ਪਲੇਟਲੈਟਸ ਮੇਰੇ ਆਪਣੇ ਵੀ 6000 ਰਹਿ ਗਏ ਸਨ, ਬਲੀਡਿੰਗ ਵੀ ਸਟਾਰਟ ਹੋਈ, ਪਰ
ਪਲੇਟਲੈਟਸ ਨਹੀਂ ਚੜਾਏ। ਸੋ ਮੈਂ ਬੈਠੀ ਹਾਂ ਜੇ ਤੁਹਾਡੇ ਕੋਲ। ਠੀਕ ਹੋ, ਅਸੀਂ ਕਾਮਨਾ ਕਰਦੇ ਹਾਂ ਤੁਸੀਂ ਮਤਲਬ ਲੰਮੀ ਉਮਰ ਭੋਗੋ, ਜਿੰਨੀ ਜ਼ਿੰਦਗੀ ਤੁਸੀਂ ਜਿਉਣਾ ਚਾਹੁੰਦੇ ਹੋ ਉਸ ਤੋਂ ਵੱਧ ਜਿਓ। ਜੀ ਨਹੀਂ, ਉਹ ਤਾਂ ਚਲੋ ਸਾਡੇ ਹੱਥ ਅਗਲਾ ਪਲ ਵੀ ਨਹੀਂ ਹੁੰਦਾ। ਕਹਿਣ ਦਾ ਭਾਵ ਇਹ ਸੀ ਕਿ ਪਲੇਟਲੈਟਸ ਚੜਾਉਣੇ ਜੋ ਕਿ ਪਹਿਲਾਂ ਬਹੁਤ ਲਾਜ਼ਮੀ ਅਸੀਂ ਸਮਝਿਆ ਕਰਦੇ ਸਨ, ਪਰ ਜੋ ਹਮੇਸ਼ਾ ਨਵੀਆਂ ਖੋਜਾਂ ਆਉਂਦੀਆਂ ਰਹਿੰਦੀਆਂ ਨੇ, ਉਹ ਸਾਨੂੰ ਨਵਾਂ ਬਹੁਤ ਕੁਝ ਸਿਖਾਉਂਦੀਆਂ ਨੇ। ਸੋ ਜਿੰਨੀਆਂ ਪਹਿਲਾਂ ਮੌਤਾਂ ਸਗੋਂ ਜ਼ਿਆਦਾ ਗਲੂਕੋਜ਼ ਚੜਾ ਕੇ ਅਸੀਂ ਦੇਖਿਆ ਹੋਈਆਂ ਸਨ ਕਿ ਸਾਡੀਆਂ ਨਸਾਂ ਦੇ ਸਿਸਟਮ ਖਰਾਬ ਹੋਇਆ ਹੁੰਦਾ ਕਿ ਉਹਦੇ ਚੋਂ ਫਲੂਇਡ ਸਗੋਂ ਬਾਹਰ ਨਿਕਲਦਾ। ਸੋ ਜਿੰਨਾ ਗਲੂਕੋਜ਼ ਚੜਾਈ ਜਾਂਦੇ ਆ, ਉਹ ਸਗੋਂ ਕੁਛ ਫੇਫੜਿਆਂ 'ਚ, ਕੁਛ ਢਿੱਡ 'ਚ, ਉਹ ਸਗੋਂ ਹੋਰ ਸਾਨੂੰ ਪ੍ਰੋਬਲਮ ਕਰ ਦਿੰਦਾ, ਸਗੋਂ ਫੇਫੜਿਆਂ ਦਾ ਰੋਗ ਤੱਕ ਬਣਾ ਦਿੰਦਾ, ਜਿਹੜਾ ਮੌਤ ਦੇ ਮੂੰਹ ਵੱਲ ਧੱਕ ਦਿੰਦਾ। ਇੱਥੇ ਨਾ ਮੇਰਾ ਇੱਕ ਸਵਾਲ ਹੈ, ਬਹੁਤ ਸਾਰੇ ਲੋਕ ਨਾ ਜਦੋਂ ਤੁਸੀਂ ਬਿਮਾਰ ਹੁੰਦੇ ਹੋ, ਕੋਈ ਵੀ ਬਿਮਾਰ ਹੁੰਦਾ ਤਾਂ ਆ ਕੇ ਰਾਏ ਮਸ਼ਵਰੇ ਦੇਣ ਵਾਲੇ ਬਹੁਤ ਹੁੰਦੇ ਨੇ ਕਿ ਆਹ ਫਲਾਣਾ ਫਲ ਖਾ, ਆਹ ਟਿਮਕਾ ਖਾ, ਇਹਦੇ ਨਾਲ ਇਹ ਠੀਕ ਹੋ ਜਾਊਗਾ। ਕੋਈ ਇਹੋ ਜਿਹਾ ਫਲ ਹੈਗਾ ਵੀ ਜਿਹੜਾ ਖਾਣਾ ਚਾਹੀਦਾ ਜਾਂ ਫਿਰ ਨੋਰਮਲ ਡਾਈਟ ਲੈਣੀ ਚਾਹੀਦੀ ਹੈ? ਐਕਸਪਰਟ ਦੇ ਤੌਰ ਦੇ ਉੱਤੇ ਤੁਸੀਂ ਕੀ ਦੱਸਣਾ ਚਾਹੋ? ਬਿਲਕੁਲ, ਦੇਖੋ ਡੇਂਗੂ ਦੇ ਵਿੱਚ ਅਸੀਂ ਜੋ ਕੁਝ ਚੀਜ਼ਾਂ, ਕਿਉਂਕਿ ਬਿਮਾਰੀ ਕਿਸੇ ਵੀ ਕਿਸਮ ਦੀ ਹੋਏ, ਤੁਹਾਡਾ ਹਾਜ਼ਮੇ ਦਾ ਸਿਸਟਮ ਗੜਬੜ ਕਰਦੀ ਹੈ। ਸੋ ਜ਼ਿਆਦਾ ਤਲੀਆਂ ਚੀਜ਼ਾਂ ਨਾ ਲਈਆਂ ਜਾਣ, ਹਲਕੀਆਂ ਫੁਲਕੀਆਂ ਜੋ ਹਜ਼ਮ ਹੋ ਸਕਣ, ਜਿਸ 'ਚ ਬੋਇਲਡ ਚੀਜ਼ਾਂ ਹੋਣ ਜਾਂ ਕੱਚੀਆਂ ਸਬਜ਼ੀਆਂ ਤੁਸੀਂ ਖਾ ਸਕਦੇ ਹੋ, ਫਲ ਖਾ ਸਕਦੇ ਹੋ। ਇਹ ਤੁਹਾਨੂੰ ਇਮਿਊਨਿਟੀ ਵੀ ਦਿੰਦੇ ਨੇ। ਤੇ ਇੱਕ ਫਿਸ਼ ਜਿਹਨੂੰ ਓਮੇਗਾ 3 ਫੈਟੀ ਐਸਿਡਸ ਬੜੇ ਤਗੜੇ ਨੇ, ਸੈਲਮਨ ਫਿਸ਼ ਜੋ ਅਸੀਂ ਕਹਿੰਦੇ ਹਾਂ, ਇਹ ਕਾਫੀ ਅੱਛੀ ਗਿਣੀ ਗਈ ਹੈ। ਤੁਸੀਂ ਇਹਨੂੰ ਜੇ ਲਓ ਤਾਂ ਤੁਹਾਡੀ ਚੁਫੇਰਿਓਂ ਇੱਕ ਤਰੀਕੇ ਦਿਮਾਗ ਤੇ ਸਰੀਰ ਨੂੰ ਤੰਦਰੁਸਤ ਵੀ ਰੱਖਦੀ ਹੈ। ਬਿਲਕੁਲ ਇਸੇ ਤਰ੍ਹਾਂ ਪਾਲਕ ਬਹੁਤ ਵਧੀਆ ਤੁਸੀਂ ਜੇ ਰੂਟੀਨ ਖਾਂਦੇ ਰਹੋ। ਰਾਗੀ ਦਾ ਆਟਾ ਬਹੁਤ ਵਧੀਆ ਖਾਸ ਤੌਰ ਤੇ ਜਦੋਂ ਕਿਸੇ ਕਿਸਮ ਦੀ ਵੀ ਤੁਹਾਨੂੰ ਬਿਮਾਰੀ ਹੋਵੇ ਤਾਂ ਇਹ ਆਟਾ ਜਿਹੜਾ ਤੁਹਾਨੂੰ ਬਿਮਾਰੀ ਨਾਲ ਲੜਨ ਦੀ ਤਾਕਤ, ਨੈਚੁਰਲ ਇਮਿਊਨਿਟੀ ਵੀ ਡਿਵੈਲਪ ਕਰ ਦਿੰਦਾ ਤੇ ਤੁਹਾਨੂੰ ਛੇਤੀ ਤਾਕਤ ਵੀ ਦਿੰਦਾ ਤੇ ਜਲਦੀ ਰਿਕਵਰੀ ਵਾਲੇ ਪਾਸੇ ਵੀ ਲੈ ਜਾਂਦਾ ਸੋ ਕੋਸ਼ਿਸ਼ ਕਰੋ ਕਿ ਰਾਗੀ ਦੇ ਆਟੇ ਦਾ ਭਾਵੇਂ ਤੁਸੀਂ ਕੜਾਹ ਬਣਾ ਕੇ ਖਾ ਲਓ, ਦਲੀਆ ਬਣਾ ਕੇ ਲੈ ਸਕਦੇ ਹੋ, ਜਾਂ ਫੁਲਕਾ, ਕਿਉਂਕਿ ਕਈ ਵਾਰ ਭੁੱਖ ਮਰ ਜਾਂਦੀ ਹੈ ਇਸ ਟਾਈਮ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਫਰੂਟਸ ਜ਼ਿਆਦਾ ਜਿਵੇਂ ਲਏ ਜਾਣ, ਜੋ ਤੁਹਾਡੀ ਨੈਚੁਰਲ ਭੁੱਖ ਤੁਹਾਡੀ ਉਗਾੜ ਦਿੰਦੇ ਨੇ। ਮਿਸਾਲ ਵਜੋਂ ਤੁਸੀਂ ਬਲੂਬੈਰੀਜ਼ ਜਾਂ ਰਸ ਭਰੀਆਂ ਇਹ ਚੀਜ਼ਾਂ ਲਓ, ਇਹਦੇ 'ਚ ਪ੍ਰੋਟੀਨ ਵੀ ਕਾਫੀ ਲਗਭਗ 2 ਗ੍ਰਾਮ 1 ਕੱਪ ਤੁਸੀਂ ਇੰਨੀਆਂ ਕੁ ਖਾ ਲੈਂਦੇ ਹੋ, ਇਹ ਤੁਹਾਨੂੰ ਕਾਫੀ ਇਮਿਊਨਿਟੀ ਦਿੰਦੀਆਂ ਨੇ ਤੇ ਜ਼ਿੰਦਗੀ ਲੰਬੀ ਕਰਨ ਵਿੱਚ ਬਲੂਬੈਰੀਜ਼ ਦਾ ਬਹੁਤ ਤਗੜਾ ਰੋਲ ਮੇਰਾ ਖਿਆਲ ਹੈ ਕਿ ਪ੍ਰੋਗਰਾਮ ਅਸੀਂ ਮੁਫਤ ਦੱਸ ਰਹੇ ਹਾਂ ਸਾਰਿਆਂ ਨੂੰ। ਮੈਂ ਕਹਿੰਦੇ ਨੇ ਕਿਹੜੇ ਡਾਕਟਰ ਹੁੰਦੇ ਨੇ ਉਹ ਫ੍ਰੀ ਦੇ ਵਿੱਚ ਸਲਾਹ ਦਿੰਦੇ ਨਹੀਂ ਹੈਗੇ, ਪਰ ਤੁਸੀਂ ਦਿੰਦੇ ਹੋ। ਬਿਲਕੁਲ। ਤੇ ਜੇ ਤੁਸੀਂ ਇਹੋ ਜਿਹੇ ਜਿਵੇਂ ਰੋਗ ਲਈ ਬੈਠੇ ਹੋ ਕੋਈ ਵਾਇਰਲ, ਤਾਂ ਚਕੋਦਰਾ ਬਹੁਤ ਤਗੜਾ ਫਾਇਦਾ ਦੇ ਸਕਦਾ ਤੁਹਾਨੂੰ, ਜਿਸ 'ਚ ਤੁਹਾਨੂੰ ਵਿਟਾਮਿਨ ਸੀ ਵੀ ਗਈ, ਇਮਿਊਨਿਟੀ ਲਈ ਵੀ। ਪਰ ਚਕੋਦਰੇ ਵਿੱਚ ਵੀ ਲਗਭਗ 2.25 ਗ੍ਰਾਮ ਪ੍ਰੋਟੀਨਸ ਚਲੀਆਂ ਜਾਂਦੀਆਂ ਜੇ ਤੁਸੀਂ ਆਮ ਨੋਰਮਲ ਮੀਡੀਅਮ ਸਾਈਜ਼ ਦਾ ਤੁਸੀਂ ਚਕੋਦਰਾ ਲੈ ਲੈਂਦੇ ਹੋ। ਸੋ ਉਹਦੇ ਨਾਲ ਤੁਹਾਨੂੰ ਜਿਵੇਂ ਇਮੀਡੀਏਟ ਐਨਰਜੀ ਤੁਹਾਨੂੰ ਮਹਿਸੂਸ ਵੀ ਹੋਏਗੀ, ਕਿਉਂਕਿ ਬਿਮਾਰੀ ਵਿੱਚ ਤੁਹਾਨੂੰ ਹੁੰਦਾ ਵੀ ਥੋੜ੍ਹਾ ਖਾਣਾ ਪਰ ਕੰਸਨਟਰੇਟਡ ਖਾਣਾ ਹੋਵੇ, ਜਿਹਦੇ ਨਾਲ ਤੁਹਾਡੀ ਭੁੱਖ ਯਾਨੀ ਮਰੀ ਵੀ ਹੋਈ ਦੇ ਵਿੱਚ ਵੀ ਤੁਹਾਨੂੰ ਐਨਰਜੀ ਪੂਰੀ ਮਿਲਦੀ ਰਹੇ। ਸੋ ਕੋਸ਼ਿਸ਼ ਇਹੋ ਕਰੋ ਕਿ ਤੁਸੀਂ ਭਾਵੇਂ ਸੌਗੀ ਬਹੁਤ ਕੰਸਨਟਰੇਟਡ, ਉਹਦੇ ਵਿੱਚ ਵੀ ਤੁਹਾਨੂੰ ਐਨਰਜੀ ਵੀ ਜਾਊਗੀ, ਉਹਦੇ 'ਚ 1 ਗ੍ਰਾਮ ਪਰ ਔਂਸ ਦੇ ਵਿੱਚ ਉਹਦੀ ਤੁਹਾਡੀ ਪ੍ਰੋਟੀਨ ਵੀ ਲੰਘ ਗਈ। ਇਸੇ ਤਰ੍ਹਾਂ ਸੰਤਰਾ 1.2 ਗ੍ਰਾਮ ਪ੍ਰੋਟੀਨ ਇੱਕ ਆਮ ਮੀਡੀਅਮ ਸੰਤਰੇ 'ਚ ਵੀ ਜਾਣਾ, ਵਿਟਾਮਿਨ ਸੀ ਜਾਣਾ। ਸੋ ਇਹ ਤੁਹਾਨੂੰ ਐਨਰਜੀ ਵੀ ਦਿੰਦੇ ਨੇ, ਤੁਹਾਨੂੰ ਬਿਮਾਰੀ ਨਾਲ ਲੜਨ ਦੀ ਤਾਕਤ ਦੇ ਨਾਲੋਂ ਨਾਲ ਰਿਕਵਰੀ ਵੱਲ ਛੇਤੀ ਲਿਜਾਂਦੇ ਨੇ, ਸਰੀਰ ਦੀ ਟੁੱਟ ਫੁੱਟ ਵੀ ਤੁਹਾਡੀ ਘਟਦੀ ਹੈ। ਸੋ ਇਹ ਤੁਹਾਨੂੰ ਜਿਹੜੀ ਡਾਈਟ ਹੁੰਦੀ ਹੈ, ਜਦੋਂ ਤੁਸੀਂ ਬਿਮਾਰੀ ਦੌਰਾਨ ਜਿਵੇਂ ਟਮਾਟਰ ਖਾ ਸਕਦੇ ਹੋ, ਸਲਾਦ ਖਾ ਸਕਦੇ ਹੋ, ਉਹ ਤੁਹਾਨੂੰ ਜ਼ਿਆਦਾ ਬੈਟਰ ਹੁੰਦਾ ਰਾਦਰ ਦੈਨ ਤਲੀਆਂ ਚੀਜ਼ਾਂ। ਤੇ ਇੱਕ ਹੋਰ ਆਮ ਪ੍ਰੋਬਲਮ ਹੋ ਜਾਂਦੀ ਹੈ ਬਿਮਾਰੀ ਦੌਰਾਨ, ਨੀਂਦ ਨਾ ਆਉਣੀ। ਸਟ੍ਰੈਸ ਹੈ, ਬਿਮਾਰ ਪਤਾ ਨਹੀਂ ਕੀ ਬਣਨਾ, ਪਰ ਉਹਦੇ ਵਿੱਚ ਇੱਕ ਖਾਸ ਖਿਆਲ ਰੱਖੀਏ, ਜੇ ਅਸੀਂ ਆਪਣੇ ਆਪ ਨੂੰ ਥੋੜ੍ਹਾ ਪੋਜ਼ਿਟਿਵ
ਰੱਖ ਸਕਦੇ ਹੋਈਏ। ਮੈਂ ਹੁਣ ਤੁਹਾਨੂੰ ਤਾਂ ਦੱਸ ਰਹੀ ਹਾਂ ਕਿ ਕਈ ਵਾਰ ਤੁਹਾਨੂੰ ਵਾਕਈ ਸਿੰਕਿੰਗ ਜੀ ਸੈਂਸੇਸ਼ਨ ਹੁੰਦਾ ਵੀ ਚੱਲੇ ਹੀ ਲੱਗਦੇ ਆ 6000 ਰਹਿ ਗਿਆ ਹੁਣ। ਸੋ ਜਦੋਂ ਇਹੋ ਜਿਹੀ ਚੀਜ਼ ਹੋਏ ਤਾਂ ਉਦੋਂ ਤੁਸੀਂ ਇੱਕੋ ਹੀ ਤਰੀਕਾ ਜੇ ਪੋਜ਼ਿਟਿਵ ਹੋਣ ਦਾ, ਜਾਂ ਤਾਂ ਘਰ ਤੁਸੀਂ ਗੱਲਾਂ ਕਿਸੇ ਨਾਲ ਕਰ ਲਓ, ਹੱਸ ਖੇਡ ਲਓ, ਸੁਣ ਲਓ, ਹਾਸੇ ਦਾ ਪ੍ਰੋਗਰਾਮ ਦੇਖ ਲਓ, ਕਿਸੇ ਦਾ ਦਿਲ ਕਰੇ ਵੀ ਮੈਨੂੰ ਤਾਂ ਸ਼ਬਦ ਸੁਣ ਕੇ ਜੀ, ਜਾਂ ਮੈਨੂੰ ਕੋਈ ਭਜਨ ਸੁਣ ਕੇ ਅੱਛਾ ਲੱਗਦਾ ਉਹ ਸੁਣ ਲਓ, ਜਾਂ ਫਿਰ ਇੱਕ ਪੋਜ਼ਿਟਿਵ ਇਹ ਚੀਜ਼, ਭਾਈ ਜਾਣਾ ਤਾਂ ਕੱਲ ਵੀ ਹੈ, ਘੰਟੇ ਨੂੰ ਵੀ ਹੋ ਸਕਦਾ, ਉਨੀ ਦੇਰ ਤਾਂ ਮੈਂ ਆਰਾਮ ਨਾਲ ਹੈਗਾ, ਮੈਂ ਆਰਾਮ ਨਾਲ ਕਿਤਾਬ ਪੜ੍ਹਾਂ, ਕੁਛ ਮੈਂ ਹੋਰ ਕਰਾਂ। ਯਾਨੀ ਆਪਣੇ ਆਪ ਨੂੰ ਆਰੇ ਜਦੋਂ ਲਾ ਲਈਏ ਬਿਮਾਰੀ ਦੇ ਵਿੱਚ, ਤਾਂ ਤੁਸੀਂ ਪੋਜ਼ਿਟਿਵ ਐਨਰਜੀ ਨਾਲ ਭਰ ਜਾਂਦੇ ਹੋ, ਜਿਹਦੇ ਨਾਲ ਤੁਸੀਂ ਬਿਸਤਰੇ 'ਤੇ ਬੈਠ ਕੇ ਹੀ ਪੇਂਟਿੰਗ ਕਰ ਲਓ, ਤੁਸੀਂ ਹੋਰ ਕੁਝ ਨਹੀਂ ਕਿਤਾਬ ਪੜ੍ਹ ਲਓ, ਜਾਂ ਤੁਸੀਂ ਜਿਵੇਂ ਮੈਂ ਦੱਸਿਆ ਹੁਣੇ ਕਿ ਤੁਸੀਂ ਹਾਸੇ ਦਾ ਕੋਈ ਪ੍ਰੋਗਰਾਮ, ਪਰ ਇੱਕ ਖਾਸ ਤੌਰ 'ਤੇ ਇੰਸਟਰਕਸ਼ਨ ਦਿੱਤੀ ਹੁੰਦੀ ਹੈ ਕਿ ਡਿਪਰੈਸਿੰਗ ਨਿਊਜ਼ ਨਾ ਸੁਣੋ। ਸੋ ਲੱਗੇ ਭਾਵੇਂ ਮਾੜਾ, ਪਰ ਇਸ ਟਾਈਮ 'ਤੇ ਤੁਸੀਂ ਹੱਸ ਸਕਦੇ ਹੋ, ਕਿਉਂਕਿ ਅੱਜ ਕੱਲ੍ਹ ਤਾਂ ਜਿਵੇਂ ਮੈਨੂੰ ਲੱਗਦਾ ਹਾਸੇ ਦੇ ਪ੍ਰੋਗਰਾਮ ਨਾਲੋਂ ਸਾਡੇ ਸਿਆਸਤਦਾਨਾਂ ਨੇ ਜ਼ਿਆਦਾ ਹਾਸਾ ਛੇੜਿਆ ਹੋਇਆ। ਸੋ ਤੁਹਾਨੂੰ ਰੋਜ਼ ਦੇ ਚੁਟਕਲੇ ਨਵੇਂ ਸੁਣਾ ਜਾਂਦੇ ਨੇ ਜਿਸ 'ਤੇ ਖੁਸ਼ ਹੋ ਸਕਦੇ ਹਾਂ। ਸੋ ਇਹ ਆਪਣਾ ਰੂਟੀਨ, ਯਾਨੀ ਅਸੀਂ ਜੇ ਨੀਂਦ ਪੂਰੀ ਕਰਨੀ ਹੈ ਤਾਂ ਦਿਨੇ ਨਾ ਸੋਇਆ ਜਾਵੇ, ਆਪਣੇ ਆਪ ਨੂੰ ਇਸੇ ਤਰੀਕੇ ਰੁਝਾਨ ਵਿੱਚ ਰੱਖਿਆ ਜਾਵੇ ਤੇ ਰਾਤ ਨੂੰ ਫਿਰ ਤੁਹਾਨੂੰ ਨੀਂਦ ਆ ਸਕਦੀ ਹੈ। ਪਰ ਜੇ ਰਾਤ ਫਿਰ ਵੀ ਜਾਗ ਆਂਦੀ ਰਵੇ ਤਾਂ ਲਾਈਟ ਨਹੀਂ ਜਗਾਉਣੀ ਚਾਹੀਦੀ, ਡਿਮ ਲਾਈਟ ਹੀ ਰੱਖੋ, ਤੇ ਕੋਸ਼ਿਸ਼ ਕਰੋ ਕਿ ਅੱਖਾਂ ਬੰਦ ਹੀ ਰੱਖੀਆਂ ਜਾਣ, ਤਾਂ ਉਹਦੇ ਨਾਲ ਤੁਹਾਨੂੰ ਵਿੱਚ ਹੀ ਆਪਣੇ ਆਪ ਕਦੋਂ ਨੀਂਦ ਆਈ ਕਦੋਂ ਜਾਗੇ ਉਸ ਸਰਕਲ ਦੇ ਵਿੱਚ ਤੁਹਾਡੀ ਥਕਾਵਟ ਫਿਰ ਵੀ ਠੀਕ ਹੋ ਜਾਂਦੀ ਹੈ। ਸੋ ਇਹ ਨਹੀਂ ਕਿ ਤੁਹਾਨੂੰ ਰਾਤ ਨੀਂਦ ਨਹੀਂ ਆਈ ਤੇ ਉੱਠ ਕੇ ਤੁਰਨਾ ਫਿਰਨਾ ਸ਼ੁਰੂ ਕਰਤਾ, ਲਾਈਟਾਂ ਜਗਾ ਲਈਆਂ, ਪੜ੍ਹਨ ਲੱਗ ਗਏ, ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ। ਸੋ ਮੇਰੇ ਨਾ ਆਖਰੀ ਸਵਾਲ ਇਹ ਹੈ ਜੀ ਕਿ ਬਹੁਤ ਸਾਰੇ ਮਾਰਕੀਟ ਦੇ ਵਿੱਚ ਫਲ ਨੇ, ਮੰਡੀਆਂ ਦੇ ਵਿੱਚ ਫਲ ਆਉਂਦੇ ਨੇ, ਰੇਹੜੀ ਵਾਲੇ ਸਬਜ਼ੀਆਂ ਤੋਂ ਆਪਾਂ ਉਹਨਾਂ ਤੋਂ ਫਲ ਖਰੀਦ ਲੈਂਦੇ ਹਾਂ, ਪਰ ਫਲ ਕਿਹੜਾ ਸਹੀ ਹੈ ਕਿਹੜਾ ਨਹੀਂ, ਇਹ ਕੁਝ ਡਿਸਾਈਡ ਕਿੱਦਾਂ ਕਰੀਏ, ਕਿਵੇਂ ਪਤਾ ਲੱਗੇਗਾ? ਦੇਖੋ, ਬਹੁਤ ਸਾਰੇ ਫਲਾਂ 'ਤੇ ਸਪਰੇਅ ਇਸ ਵੇਲੇ ਹੋ ਰਹੀ ਹੈ, ਜੋ ਕਿ ਇੱਕ ਤਰੀਕੇ ਡਿਜ਼ਾਸਟਰ ਹੈ। ਅਸੀਂ ਆਪਣੇ ਅੰਦਰ ਜ਼ਹਿਰ ਭਰ ਰਹੇ ਹਾਂ, ਜਿਹੜਾ ਸਾਨੂੰ ਬਿਮਾਰੀਆਂ ਵੀ ਦੇ ਰਿਹਾ, ਤੇ ਜਿਹੜਾ ਪਤਾ ਹੀ ਨਹੀਂ ਲੱਗਦਾ ਕਿਸ ਦਿਨ ਬੰਬ ਫਟਦਾ ਕਿ ਅੱਜ ਏਡਾ ਵੱਡਾ ਕੈਂਸਰ ਪਿਆ, ਜਿੰਨਾ ਫੈਲਿਆ ਪਿਆ, ਤੇ ਕਾਰਨ ਇਹੋ ਕਿ ਅਸੀਂ ਲੋੜੋਂ ਵੱਧ ਸਪਰੇਅ ਕਰ ਰਹੇ ਹਾਂ। ਜੇ ਇਸ ਪ੍ਰੋਗਰਾਮ ਰਾਹੀਂ ਅਸੀਂ ਦੱਸ ਸਕੀਏ, ਸ਼ਾਇਦ ਮੈਨੂੰ ਲੱਗਦਾ ਕਿ ਕੁਝ ਜਾਨਾਂ ਬਚ ਜਾਣ, ਕਿ ਜਿਹੜੇ ਸਪਰੇਅ ਕਰਦੇ ਨੇ ਵਕਤੀ ਫਾਇਦੇ ਵਾਸਤੇ ਵੀ, ਉਹਨਾਂ ਨੂੰ ਵੀ ਪਤਾ ਹੋਣਾ ਚਾਹੀਦਾ ਹੈ ਕਿ ਇਹ ਸਿਰਫ ਬਾਹਰਲਿਆਂ ਲਈ ਨਹੀਂ, ਜ਼ਹਿਰ ਜਿੱਥੇ ਤੁਸੀਂ ਸਪਰੇਅ ਕਰ ਰਹੇ ਹੋ ਉਸ ਹਵਾ ਵਿੱਚ ਵੀ ਹੈ, ਤੁਹਾਡੇ ਆਪਣੇ ਘਰ ਵਿੱਚ ਉਹਦਾ ਸਭ ਤੋਂ ਵੱਧ ਅਸਰ ਹੋਣਾ। ਸੋ ਇਹ ਵਕਤੀ ਕਮਾਈ ਦੇ ਨਾਲ ਜੇ ਅਸੀਂ ਜ਼ਿੰਦਗੀ ਛੋਟੀ ਕਰ ਰਹੇ ਹਾਂ ਜਾਂ ਮਾੜੀ ਬਿਮਾਰੀ ਲੈ ਰਹੇ ਹਾਂ, ਉਹਦਾ ਕੀ ਫਾਇਦਾ ਹੈ? ਸੋ ਕੋਸ਼ਿਸ਼ ਕਰੀਏ ਅਸੀਂ ਆਰਗੈਨਿਕ ਫਾਰਮਿੰਗ ਵੱਲ ਜਾਈਏ, ਇਹ ਸਪਰੇਅ ਘੱਟ ਕਰੀਏ ਤਾਂ ਬਿਮਾਰੀ ਤੋਂ ਬਚਾਂਗੇ। ਬਹੁਤ ਸਾਰੇ ਵੀਰ ਸਾਡੇ ਜੋ ਖੇਤੀਬਾੜੀ ਕਰਦੇ ਨੇ ਉਹ ਕਹਿੰਦੇ ਨੇ ਅਸੀਂ ਆਪਣੇ ਲਈ ਕਣਕ ਵੱਖਰੀ ਬੀਜੀਏ ਜਿਸ 'ਤੇ ਸਪਰੇਅ ਨਹੀਂ ਕੀਤਾ, ਸੁਗਾਤ ਵਜੋਂ ਤੁਹਾਨੂੰ ਦੇਣ ਆਏ ਹਾਂ, ਤੇ ਬਾਕੀ 'ਤੇ ਸਪਰੇਅ ਹੈ। ਦੱਸਣਾ ਪੈਂਦਾ ਭਾਈ, ਕੁਦਰਤ ਨੇ ਇਹੋ ਜਿਹਾ ਵਿਤਕਰਾ ਨਹੀਂ ਰੱਖਿਆ। ਤੁਸੀਂ ਜਿਹੜੀ ਬਾਕੀ ਥਾਂ 'ਤੇ ਕੀਤਾ, ਧਰਤੀ ਦੇ ਹੇਠੋਂ ਪਾਣੀ 'ਚੋਂ ਖਿੱਚ ਕੇ ਉਹੀ ਲਿਆਈ ਹੈ, ਵੀ ਜਿੱਥੇ ਤੁਸੀਂ ਨਹੀਂ ਵੀ ਕੀਤੀ ਉਹਨੇ ਹੇਠੋਂ ਖਿੱਚ ਕੇ ਲਿਆਈ ਹੈ, ਪਰ ਉਹ ਸਪਰੇਅ ਉਹਦੇ ਦੇ ਵਿੱਚ ਵੀ ਅਸਰ ਕਰ ਰਹੀ ਹੈ। ਸੋ ਇਸੇ ਲਈ ਕੋਸ਼ਿਸ਼ ਕਰੀਏ ਜਿੰਨਾ ਅਸੀਂ ਆਰਗੈਨਿਕ ਫਾਰਮਿੰਗ ਵੱਲ ਜਾਈਏ, ਕੁਦਰਤੀ ਖੇਤੀ ਵੱਲ ਜਾਈਏ, ਜਾਂ ਡਾਇਵਰਸੀਫਿਕੇਸ਼ਨ ਆਫ ਇਹਦੇ 'ਚ ਚੱਲੀਏ, ਉਹ ਬਿਹਤਰ ਹੈ। ਸੋ ਜਿੰਨੇ ਕੁ ਫਲ ਅਸੀਂ ਲੈ ਸਕਦੇ ਹਾਂ, ਹੁਣ ਮਜਬੂਰੀ ਇਹ ਹੈ ਕਿ ਬਹੁਤ ਸਾਰੇ ਫਲਾਂ ਦੀਆਂ ਛਿੱਲੜਾਂ ਦੇ ਵਿੱਚ ਜ਼ਿਆਦਾ ਚੀਜ਼ ਹੁੰਦੀ ਜੇ, ਪਰ ਹੁਣ ਕਿਉਂਕਿ ਉਹ ਛਿੱਲੜਾਂ 'ਤੇ ਸਪਰੇਅ ਇੰਨਾ ਜ਼ਿਆਦਾ ਕੀਤਾ ਹੋਇਆ, ਮਜਬੂਰੀ ਵਸ ਸਾਨੂੰ ਉਹ ਲਾਹਣੀਆਂ ਪੈਂਦੀਆਂ ਨੇ। ਕਾਫੀ ਖੁਰਾਕੀ ਤੱਤ ਤਾਂ ਉਹਨਾਂ 'ਚ ਹੀ ਨਿਕਲ ਗਏ ਜੋ ਛਿੱਲੜਾਂ 'ਚ ਗਏ, ਤੇ ਇਹ ਵੀ ਨਹੀਂ ਸੰਭਵ ਕਿ ਹਰ ਜਣਾ ਆਪਣੇ ਘਰ ਹੀ ਲਾਵੇ ਫਲ ਤੇ ਤਾਂ ਹੀ ਖਾਵੇ। ਪਰ ਹੁਣ ਮਜਬੂਰੀ ਹੈ ਕਿ ਜਦੋਂ ਇਹੋ ਜਿਹੇ ਵੇਲੇ ਜਾਈਏ ਤਾਂ ਸੰਤਰੇ ਸੇਫ ਨੇ, ਚਕੋਦਰੇ ਸੇਫ ਨੇ, ਕੇਲਾ ਸੇਫ ਹੈ, ਕੀਵੀ ਸੇਫ ਹੈ, ਜਿਨ੍ਹਾਂ ਦੀਆਂ ਛਿੱਲੜਾਂ 'ਚੋਂ ਬਹੁਤਾ ਅੰਦਰ ਸਮਾਨ ਨਹੀਂ ਲੰਘਦਾ। ਇਸੇ ਤਰ੍ਹਾਂ ਜਿਹੜਾ ਖ਼ਾਸ ਤੌਰ 'ਤੇ ਜਿਹੜੇ ਇਹ ਚਕੋਦਰੇ, ਖਿਮਾ ਕਰਿਓ, ਜਿਹੜਾ ਇਹ ਆਪਣਾ ਖਰਬੂਜੇ ਜਾਂ ਤਰਬੂਜ਼, ਇਸੇ ਤਰ੍ਹਾਂ ਉਹਨਾਂ ਦੇ ਵੀ ਕਿਉਂਕਿ ਅਸੀਂ ਛਿੱਲੜਾਂ ਲਾ ਹੀ ਦੇਣੀਆਂ ਹੁੰਦੀਆਂ, ਸੋ ਓਨਾ ਜ਼ਿਆਦਾ ਜ਼ਹਿਰ ਉਹਨਾਂ ਅੰਦਰ ਨਹੀਂ ਲੰਘ ਰਿਹਾ ਜਿੰਨੇ ਕਿ ਅਸੀਂ ਤਾਜ਼ੇ ਜਿਵੇਂ ਅਮਰੂਦ ਖਾ ਲੈਣਾ ਜਾਂ ਸੇਬ ਸਿੱਧਾ ਲੈ ਲੈਣਾ। ਸੋ ਹੁਣ ਪਰ ਮਜਬੂਰ ਹਾਂ
ਕਿ ਉਹਨਾਂ ਦੀਆਂ ਛਿੱਲੜਾਂ ਲਾਓ ਤਾਂ ਕਿ ਉਹਨਾਂ ਜ਼ਹਿਰ ਅੰਦਰ ਨਾ ਜਾਵੇ, ਜਾਂ ਬਹੁਤ ਚੰਗੀ ਤਰ੍ਹਾਂ ਉਹਨਾਂ ਨੂੰ ਧੋ ਕੇ ਪਾਣੀ ਚੋਂ ਫਿਰ ਕੱਢੀਏ ਤਾਂ ਹੀ ਉਹ ਸੇਫ ਨੇ। ਪਰ ਅਦਰਵਾਈਜ਼ ਅਸੀਂ ਵੰਡ ਕੇ ਜੇ ਫਲ ਖਾਂਦੇ ਰਹੀਏ, ਵੀ ਸੇਬ ਵੀ ਖਾਣਾ, ਹੁਣ ਸੇਬ ਮੈਂ ਇਸ ਕਰਕੇ ਕਹਿ ਰਹੀ ਇਹ ਜ਼ਿਆਦਾ ਜ਼ਰੂਰੀ ਹੈ ਵੰਡ ਕੇ ਖਾਣ ਵਾਲਾ। ਬਿਲਕੁਲ, ਐਨ ਐਪਲ ਅ ਡੇ ਕੀਪਸ ਦੀ ਡਾਕਟਰ ਅਵੇ। ਸੋ ਸੇਬ ਜ਼ਰੂਰ ਖਾਓ, ਉਹਦੇ ਵਰਗੀਆਂ ਤੁਹਾਡੀਆਂ ਗੱਲਾਂ ਲਾਲ ਸੁਰਖ ਹੋ ਜਾਣਗੀਆਂ। ਕੇਲਾ ਜ਼ਰੂਰ ਖਾਇਆ ਕਰੋ। ਬਿਲਕੁਲ ਇਸੇ ਤਰ੍ਹਾਂ ਜੇ ਬਲੂਬੈਰੀਜ਼ ਤਾਂ ਹੁਣ ਘੱਟ ਥਾਵਾਂ ਅਵੇਲੇਬਲ ਨੇ, ਪਰ ਸਟ੍ਰਾਬੈਰੀਜ਼, ਚੈਰੀਜ਼ ਇਹ ਮਿਲਦੀਆਂ ਨੇ, ਇਹ ਲੈ ਸਕਦੇ ਹੋ। ਇਸੇ ਤਰ੍ਹਾਂ ਕੀਵੀ ਅੱਜ ਕੱਲ੍ਹ ਸਭ ਥਾਂ ਤੇ ਮਿਲ ਰਿਹਾ, ਲਓ। ਕਟਹਲ ਬਹੁਤ ਵਧੀਆ ਜੇ। ਪਰ ਨਾਲੋਂ ਨਾਲ ਮੈਂ ਸਬਜ਼ੀਆਂ ਵਿੱਚ ਜ਼ਰੂਰ ਐਡ ਕਰਦੇ ਹਾਂ, ਹਰੀਆਂ ਫਲੀਆਂ ਜ਼ਰੂਰ ਖਾਣੀਆਂ ਚਾਹੀਦੀਆਂ ਨੇ, ਬਹੁਤ ਉਹਦੇ ਫਾਇਦੇ ਨੇ ਬੇਅੰਤ। ਤੇ ਜਿਵੇਂ ਮੈਂ ਕਿਹਾ ਸੀ, ਪਾਲਕ ਤਾਂ ਪਾਲਣਹਾਰ ਹੈ, ਉਹ ਤਾਂ ਲੈਣੀ ਹੀ ਪੈਣੀ ਹੈ। ਪਰ ਨਾਲ ਜੇ ਕਿਤੇ ਸੱਚੀ ਮੁੱਚੀ ਸਾਡੇ ਪੰਜਾਬ ਵਿੱਚ ਤਬਦੀਲੀ ਤੁਸੀਂ ਅੰਦਾਜ਼ੇ ਤੋਂ ਵੀ ਬਾਹਰ ਹੈ, ਜੇ ਅਸੀਂ ਕਿਤੇ ਕੋਧਰੇ ਜਾਂ ਰਾਗੀ ਦੇ ਆਟੇ ਵੱਲ ਆ ਜਾਈਏ, ਛੱਡ ਦਈਏ ਕਣਕ ਦਾ ਆਟਾ, ਤਾਂ ਬਿਮਾਰੀਆਂ ਛੂ ਮੰਤਰ ਹੋ ਜਾਣੀਆਂ। ਘੱਟੋ ਘੱਟ ਕੈਂਸਰ, ਦਿਲ ਦੇ ਰੋਗ, ਸ਼ੂਗਰ ਦੀਆਂ ਬਿਮਾਰੀਆਂ ਨਹੀਂ ਜੇ ਦਿਸਣੀਆਂ ਪੰਜਾਬ ਵਿੱਚ, ਜੇ ਅਸੀਂ ਸਿਰਫ ਜਿਨ੍ਹਾਂ ਨੂੰ ਨਾ ਤਾਂ ਪਾਣੀ ਚਾਹੀਦਾ, ਜੰਗਲੀ ਉਗਦੀਆਂ ਇਹ ਕੋਧਰਾ ਵੀ ਤੇ ਸਾਡਾ ਰਾਗੀ ਵੀ, ਪਾਣੀ ਨਹੀਂ ਚਾਹੀਦਾ, ਜੰਗਲੀ 'ਚ ਇੰਝ ਹੀ ਉੱਗਿਆ ਪਿਆ। ਕੁਦਰਤ ਨੇ ਸਾਨੂੰ ਇਹ ਬੇਸ਼ਕੀਮਤੀ ਸੌਗਾਤ ਦਿੱਤੀ ਹੈ, ਤੇ ਜਿਹਨੂੰ ਬੀਜਣ ਤੇ ਖਰਚਾ ਕੁਛ ਨਹੀਂ, ਕੋਈ ਸਪਰੇਅ ਨਹੀਂ, ਤੇ ਫਿਰ ਕਣਕ ਨਾਲੋਂ 3 ਗੁਣਾ ਰੇਟ ਤੇ ਵਿਕਦਾ ਜੇ। ਕਿਉਂ ਨਾ ਇਸ ਪਾਸੇ ਵੱਲ ਟਰਨਿੰਗ ਕਰੀਏ, ਜਿਹੜੀ ਸਾਨੂੰ ਬਿਮਾਰੀ ਤੋਂ ਬਚਾ ਸਕਦੀ ਹੈ ਤੇ ਫਾਇਦਾ ਵੀ ਦੇ ਸਕਦੀ ਹੈ। ਬਿਲਕੁਲ ਸਹੀ ਮੈਮ, ਤੁਸੀਂ ਪ੍ਰਾਈਮ ਏਸ਼ੀਆ ਦੇ ਦਰਸ਼ਕਾਂ ਦੇ ਲਈ ਸਮਾਂ ਕੱਢਿਆ, ਬੜਮੁੱਲੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ। ਤੇ ਅਸੀਂ ਫਿਰ ਅਖੀਰ 'ਚ ਮੇਰਾ ਖਿਆਲ ਹੈ ਆਪਾਂ ਅਨੰਦਪ੍ਰੀਤ ਇਹੀ ਕਹੀਏ, ਖੁਸ਼ ਰਹੋ, ਤੰਦਰੁਸਤ ਰਹੋ, ਆਬਾਦ ਰਹੋ, ਤੇ ਸ਼ੇਅਰ ਕਰਿਆ ਕਰੋ ਤਾਂ ਕਿ 2 ਜਣੇ ਹੋਰ ਵੀ ਸਿਹਤਮੰਦ ਰਹਿ ਜਾਣ। ਸੋ ਬਿਲਕੁਲ ਮੈਡਮ ਨੇ ਕਿਹਾ ਗਿਆ, ਇਸ ਪ੍ਰੋਗਰਾਮ ਦਾ ਫਾਇਦਾ ਉਦੋਂ ਹੀ ਹੈ ਜਦੋਂ ਦੇਖ ਕੇ ਇਸ ਪ੍ਰੋਗਰਾਮ ਨੂੰ ਅੱਗੇ ਆਪਣੇ ਦੋਸਤਾਂ, ਮਿੱਤਰਾਂ, ਪਰਿਵਾਰਕ ਜੀਆਂ ਦੇ ਨਾਲ ਇਹਨੂੰ ਸਾਂਝਾ ਕੀਤਾ ਜਾਵੇ, ਤਾਂ ਕਿ ਹੋਰ ਲੋਕ ਵੀ ਜਾਗਰੂਕ ਹੋਣ। ਇਹ ਜਾਣਕਾਰੀ ਹਜ਼ਾਰਾਂ ਰੁਪਏ ਖਰਚ ਕਰਕੇ, ਕਾਫੀ ਸਮਾਂ ਡਾਕਟਰਾਂ ਨਾਲ ਬੈਠ ਕੇ ਉੱਥੋਂ ਜਾਣਕਾਰੀ ਮਿਲਦੀ ਹੈ, ਪਰ ਅਸੀਂ ਤੁਹਾਨੂੰ ਇਸ ਪ੍ਰੋਗਰਾਮ ਜ਼ਰੀਏ ਜਾਣਕਾਰੀ ਸੌਖੇ ਤਰੀਕੇ ਦੇ ਨਾਲ ਦੇ ਦਿੰਦੇ ਹਾਂ, ਕਿ ਤਾਂ ਕਿ ਪਤਾ ਲੱਗ ਜਾਵੇ ਕਿ ਕਿਹੜੀ ਚੀਜ਼ ਕਿੱਦਾਂ ਖਾਣੀ ਚਾਹੀਦੀ ਹੈ, ਕਿਹੜੀ ਚੀਜ਼ ਦੇ ਫਾਇਦੇ ਕੀ ਨੇ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਦਾ, ਆਪਣੀ ਫੀਡਬੈਕ ਸਾਡੇ ਤੱਕ ਜ਼ਰੂਰ ਪਹੁੰਚਾਉਂਦੇ ਰਿਹਾ ਕਰੋ। ਮੈਨੂੰ ਆਨੰਦਪ੍ਰੀਤ ਸਿੰਘ ਨੂੰ ਦਿਓ ਇਜਾਜ਼ਤ। ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਸਤਿ ਸ਼੍ਰੀ ਅਕਾਲ।